ਰਾਜ ਗਿੱਲ ਨੇ ਕੱਲ੍ਹ ਟੈਲੀਫੋਨ ਕਰਕੇ ਕਿਹਾ ਸੀ ਕਿ ਮੈਂ ਤੁਹਾਨੂੰ ਗੁਰੂ ਸਵੀਕਾਰ ਕਰਦਾ ਹਾਂ, ਤੁਸੀਂ ਵੀ ਮੈਨੂੰ ਸ਼ਿਸ਼ ਸਵੀਕਾਰ ਕਰੋ। ਇੱਧਰੋਂ ਜਵਾਬ ਵਿੱਚ ਕਿਹਾ ਗਿਆ ਸੀ ਕਿ ਤੁਸੀਂ ਸਵੀਕਾਰ ਕਰਨਾ ਹੈ, ਜੈਸਾ ਸਵੀਕਾਰ ਕਰੋਗੇ ਵੈਸਾ ਹੀ ਤੁਹਾਨੂੰ ਮਿਲੇਗਾ। ਇੱਧਰੋਂ ਤੇ ਪੂਰਾ ਦਾ ਪੂਰਾ ਹੀ ਸਵੀਕਾਰ ਹੋ ਗਿਆ ਹੈ। ਸ਼ਿਸ਼ ਦੀ ਤਰ੍ਹਾਂ ਨਹੀਂ, ਇਹ ਗੱਲ ਥੋੜ੍ਹਾ ਜਿਹਾ ਖਿਆਲ ਵਿੱਚ ਲਓ। ਇੱਧਰੋਂ ਤੁਸੀਂ ਸਾਰੇ ਹੀ ਇੱਕੋ ਜਿਹੇ ਸਵੀਕਾਰ ਹੋ ਗਏ ਹੋ, ਕੋਈ ਘੱਟ ਵੱਧ ਨਹੀਂ। ਇਸ ਕਰਕੇ ਦੇਖੋ, ਉਪਦੇਸ਼ ਵੀ ਸਾਰਿਆਂ ਨੂੰ ਇੱਕੋ ਜਿਹਾ ਹੀ ਮਿਲ ਰਿਹਾ ਹੈ। ਭਾਵੇਂ ਕੋਈ ਸਨਮੁਖ ਹੈ, ਸਾਹਮਣੇ ਹੈ, ਜਾਂ ਕੋਈ ਪਾਸੇ ਨੂੰ ਜਾ ਰਿਹਾ ਹੈ, ਦੂਸਰੇ ਪਾਸੇ ਜਾ ਰਿਹਾ ਹੈ, ਵਿਪਰੀਤ ਜਿਹੜੇ ਜਾ ਰਹੇ ਹਨ ਉਹਨਾਂ ਨੂੰ ਵੈਸਾ ਹੀ ਉਪਦੇਸ਼ ਦਿੱਤਾ ਜਾ ਰਿਹਾ ਹੈ। ਕਈ ਹੈਰਾਨ ਹੋ ਜਾਂਦੇ ਦੇਖ ਕੇ, ਸੁਣ ਕੇ, ਵੀ ਜਿਹੜੇ ਵਿਪਰੀਤ ਗੱਲਾਂ ਕਰਦੇ ਹਨ ਉਹਨਾਂ ਨੂੰ ਵੀ ਉਪਦੇਸ਼ ਵੈਸਾ ਹੈ, ਕਿਉਂਕਿ ਇੱਧਰ ਵਿਪਰੀਤਤਾ ਦੇਖੀ ਨਹੀਂ ਨਾ ਜਾ ਰਹੀ। ਇੱਧਰ ਇੱਕੋ ਹੀ ਦੇਖਿਆ ਜਾ ਰਿਹਾ ਹੈ। ਰੂਪ ਭਿੰਨ ਭਿੰਨ ਹਨ, ਇਸੇ ਕਾਰਨ ਹੀ ਤੁਸੀਂ ਦੇਖ ਰਹੇ ਹੋ। ਖਿਆਲ ਕਰੋ ਵੀ ਜਿਹੜੇ ਆਪਣਾ ਨੰਬਰ ਇਹਨਾਂ ਗਰੁੱਪਾਂ ਵਿੱਚ ਐਡ ਕਰਾਉਂਦੇ ਹਨ ਉਹਨਾਂ ਨੂੰ ਮੈਂ ਜਾਣਦਾ ਨਹੀਂ, ਨਾ ਹੀ ਮੈਂ ਉਹਦਾ ਨਾਮ ਪੁੱਛਦਾ ਹਾਂ ਕਿਸੇ ਦਾ, ਨਾ ਕੋਈ ਜਾਤ ਪੁੱਛੀ, ਨਾ ਕੋਈ ਧਰਮ ਪੁੱਛੇ। ਤੁਸੀਂ ਕਦੇ ਖਿਆਲ ਕੀਤਾ ਹੈ? ਇੱਥੇ ਸਾਧੂ ਮਹਾਤਮਾ ਬੜੀ ਜਾਣਕਾਰੀ ਲੈਂਦੇ ਹਨ ਅਗਲੇ ਦੀ, ਪੂਰੀ ਦੀ ਪੂਰੀ। ਕੌਣ ਹੈ, ਕਿਹੜਾ ਧਰਮ ਹੈ, ਕੀ ਕਰਦਾ। ਤਾਂ ਇੱਧਰ ਕੁਛ ਵੀ ਨਹੀਂ ਪੁੱਛਿਆ ਜਾਂਦਾ, ਨਾ ਜਾਤ, ਨਾ ਪਾਤ, ਨਾ ਧਰਮ, ਨਾ ਮਜ਼ਹਬ। ਅਗਰ ਤੁਸੀਂ ਸਵਾਲ ਕਰੋ ਅਤੇ ਜਵਾਬ ਐਸਾ ਆਉਂਦਾ ਹੈ, ਤੁਸੀਂ ਵੀ ਹੈਰਾਨ ਹੋ ਜਾਂਦੇ। ਕਈ ਪ੍ਰੇਮੀ ਕਹਿਣਗੇ ਵੀ ਇੱਦਾਂ ਲੱਗਦਾ ਜਿਵੇਂ ਤੁਸੀਂ ਜਾਣਦੇ ਹੀ ਹੁੰਦੇ ਪਹਿਲਾਂ। ਵੀ ਬਿਲਕੁਲ ਨਿਧੜਕ ਬੋਲਦੇ ਹੋ। ਹਾਂ, ਮੈਂ ਤਾਂ ਤੁਹਾਨੂੰ ਜਾਣਦਾ ਹੀ ਹਾਂ ਨਾ, ਪਰ ਬਾਹਰੋਂ ਨਹੀਂ, ਅੰਦਰੋਂ। ਬਾਹਰੋਂ ਤੁਸੀਂ ਹੋਵੋਗੇ ਭਿੰਨ ਭਿੰਨ, ਬਾਹਰੋਂ ਮੈਨੂੰ ਕੋਈ ਲੈਣਾ ਦੇਣਾ ਨਹੀਂ, ਮੈਂ ਤਾਂ ਅੰਦਰ ਨੂੰ ਬੁਲਾ ਰਿਹਾ ਹਾਂ। ਅਤੇ ਬਾਹਰੋਂ ਕੋਈ ਜੈਸਾ ਵੀ ਹੋਵੇ, ਜੈਸਾ ਵੀ ਰੂਪ ਰੰਗ ਦਾ, ਜੈਸੇ ਵੀ ਮਜ਼ਹਬ ਦਾ, ਜੈਸੀ ਵੀ ਜਾਤ ਦਾ, ਜੈਸੀ ਵੀ ਪਾਤ ਦਾ, ਜੈਸੇ ਵੀ ਧਰਮ ਦਾ, ਜੈਸੀ ਵੀ ਭਾਸ਼ਾ ਬੋਲਣ ਵਾਲਾ ਹੋਵੇ, ਪਰ ਜਦੋਂ ਕੋਈ ਅੰਦਰ ਨੂੰ ਆਉਂਦਾ ਹੈ ਤਾਂ ਉਹ ਇੱਕ ਵੱਲ ਨੂੰ ਹੀ ਆਵੇਗਾ ਨਾ। ਅਤੇ ਜਿਹੜਾ ਇੱਕ ਤੋਂ ਬੋਲਦਾ ਹੈ ਉਹ ਸਾਰਿਆਂ ਵਾਸਤੇ ਹੀ ਬੋਲਦਾ ਹੈ। ਉਪਦੇਸ਼ ਚਹੁ ਵਰਨਾ ਕੋ ਸਾਂਝਾ, ਭਾਵ ਕਿ ਸਾਰਿਆਂ ਨੂੰ, ਕੋਈ ਭਿੰਨ ਭੇਦ ਥੋੜ੍ਹੀ। ਅਤੇ ਮੇਰੇ ਵੱਲੋਂ ਤਾਂ ਸਾਰੇ ਹੀ ਸਵੀਕਾਰ ਹਨ, ਸ਼ਿਸ਼ ਦੀ ਤਰ੍ਹਾਂ ਨਹੀਂ, ਪਰਮਾਤਮਾ ਦੀ ਤਰ੍ਹਾਂ। ਪਰ ਤੁਸੀਂ ਅਨੇਕਤਾ ਦੇ ਵਿੱਚ ਫਸੇ ਹੋਏ ਹੋ। ਇੱਧਰ ਇੱਕ ਦੇ ਵਿੱਚੋਂ ਬੋਲਿਆ ਜਾ ਰਿਹਾ ਹੈ,
ਇੱਕੋ ਜਿਹਾ ਦੇਖ ਕੇ ਬੋਲਿਆ ਜਾ ਰਿਹਾ ਹੈ। ਪਰ ਤੁਸੀਂ ਭਿੰਨ ਭਿੰਨ ਦੇਖਦੇ ਹੋ, ਤੁਸੀਂ ਅਨੇਕ ਦੇਖ ਰਹੇ ਹੋ। ਸੰਸਾਰ ਅਨੇਕ ਹੈ, ਪਰਮਾਤਮਾ ਇੱਕ ਹੈ। ਅੰਦਰ ਤੁਹਾਡੇ ਇੱਕ ਹੈ ਤੁਹਾਨੂੰ ਚਲਾਉਣ ਵਾਲਾ। ਬਾਹਰ ਰੂਪ ਭਿੰਨ ਭਿੰਨ ਹਨ, ਅਰੂਪ ਤਾਂ ਇੱਕੋ ਹੀ ਹੈ। ਅਤੇ ਤੁਸੀਂ ਰੂਪਾਂ 'ਚ ਉਲਝੇ ਹੋਏ ਹੋ, ਅਨੇਕਤਾ 'ਚ ਉਲਝੇ ਹੋਏ। ਹੁਣ ਅਨੇਕਤਾ ਤੋਂ ਇੱਕ ਵੱਲ ਨੂੰ ਆਉਣਾ ਹੈ, ਅਤੇ ਇੱਕ ਵੱਲ ਨੂੰ ਆਉਣ ਦਾ ਸਾਰਿਆਂ ਨੂੰ ਪਿਆਰਾ ਜਿਹੜਾ ਜ਼ਰੀਆ ਹੈ ਨਾ, ਉਹ ਹੈ ਗੁਰੂ। ਗੁਰੂ ਇੱਕ ਦਰਪਣ ਹੈ, ਸ਼ੁੱਧ ਦਰਪਣ। ਅਤੇ ਜੈਸਾ ਤੁਸੀਂ ਦੇਖੋਗੇ ਵੈਸਾ ਹੀ ਤੁਹਾਨੂੰ ਨਜ਼ਰ ਆਵੇਗਾ। ਜੈਸੇ ਦ੍ਰਿਸ਼ਟ ਕਰ ਵੇਖੇ ਤੈਸੋ ਹੋਏ, ਕਿਹਾ ਹੈ ਨਾ ਵੀ ਜੈਸੀ ਦ੍ਰਿਸ਼ਟੀ ਕਰਕੇ ਤੁਸੀਂ ਸੰਸਾਰ ਨੂੰ ਦੇਖਦੇ ਹੋ ਵੈਸੇ ਤੁਸੀਂ ਹੁੰਦੇ ਹੋ। ਦਰਅਸਲ ਗੱਲ ਉਲਟੀ ਹੈ, ਜੈਸੇ ਤੁਸੀਂ ਹੁੰਦੇ ਹੋ ਨਾ ਵੈਸੇ ਹੀ ਦ੍ਰਿਸ਼ਟੀ ਨਾਲ ਸੰਸਾਰ ਨੂੰ ਦੇਖਦੇ ਹੋ। ਤੁਸੀਂ ਇਉਂ ਖਿਆਲ ਕਰੋ ਵੀ ਅਗਰ ਤੁਹਾਡੇ ਅੰਦਰ ਭੁੱਖ ਲੱਗੀ ਹੋਵੇ, ਭੁੱਖ ਦਾ ਵਿਚਾਰ ਹੋਵੇ, ਖਿਆਲ ਹੋਵੇ, ਅਤੇ ਤੁਹਾਨੂੰ ਬਾਜ਼ਾਰ ਦੇ ਵਿੱਚ ਹੋਟਲ ਹੀ ਹੋਟਲ ਦਿਖਾਈ ਦੇਣਗੇ, ਖਾਣ ਵਾਲੀਆਂ ਚੀਜ਼ਾਂ ਦੀਆਂ ਸਮੈਲਾਂ ਆਉਣਗੀਆਂ, ਕਿਉਂਕਿ ਤੁਸੀਂ ਅੰਦਰ ਭੁੱਖ ਦੇ ਖਿਆਲ ਦੇ ਨਾਲ ਭਰੇ ਹੋਏ। ਅਤੇ ਕਿਸੇ ਨੂੰ ਅਗਰ ਇਸਤਰੀ ਦਾ ਖਿਆਲ ਹੈ, ਅੰਦਰ ਵਾਸ਼ਨਾ ਨਾਲ ਭਰਿਆ ਹੋਇਆ ਹੈ, ਤਾਂ ਭੀੜ ਦੇ ਵਿੱਚ ਇਸਤਰੀਆਂ ਹੀ ਦੇਖੇਗਾ। ਜਾਂ ਉਲਟਾ ਕਹਿ ਲਓ ਵੀ ਇਸਤਰੀ ਨੂੰ ਪੁਰਸ਼ ਦਾ ਖਿਆਲ। ਅਤੇ ਜੈਸਾ ਵੀ ਖਿਆਲ ਹੈ ਤੁਹਾਡੇ ਅੰਦਰ, ਅਗਰ ਧਨ ਦੀ ਲਾਲਸਾ ਹੈ, ਅਤੇ ਅਕਸਰ ਤੁਸੀਂ ਦੇਖਿਆ ਹੋਵੇਗਾ ਜਿਹਨਾਂ ਨੂੰ ਧਨ ਦੀ ਲਾਲਸਾ ਹੋਵੇਗੀ ਨਾ, ਹਰ ਜਗ੍ਹਾ ਧਨ ਦੀ ਹੀ ਗੱਲ ਕਰਨਗੇ। ਕਿੰਨਾ ਫਾਇਦਾ ਹੋਇਆ, ਕਿੰਨਾ ਨੁਕਸਾਨ ਹੋਇਆ, ਕਿਹੜੇ ਬਿਜ਼ਨਸ 'ਚ ਕਿੰਨਾ ਵਾਧਾ ਹੁੰਦਾ, ਕਿੰਨਾ ਘਾਟਾ ਹੁੰਦਾ, ਉਹ ਇੱਕਦਮ ਸ਼ੁਰੂ ਕਰ ਲੈਣਗੇ, ਕਿਉਂਕਿ ਧਨ ਦਾ ਖਿਆਲ ਆਤ ਅੰਦਰ ਚੱਲ ਰਿਹਾ ਹੈ। ਅਤੇ ਇਹੋ ਜਿਹਾ ਆਦਮੀ ਅਗਰ ਧਾਰਮਿਕ ਸਥਾਨ 'ਤੇ ਵੀ ਬੈਠਾ ਹੋਵੇ, ਉੱਥੇ ਵੀ ਧਨ ਦੀਆਂ ਹੀ ਗੱਲਾਂ ਕਰਦਾ ਹੈ। ਅਤੇ ਐਸੇ ਲੋਕ ਹੀ ਬੈਠੇ ਹੋਏ ਹਨ ਜਿਨ੍ਹਾਂ ਨੂੰ ਧਨ ਦੀ ਵਾਸ਼ਨਾ ਚਾਹਤ ਹੈ, ਅਤੇ ਉਹ ਗੁਰੂ ਦੀ ਗੱਲ ਕਿਵੇਂ ਸੁਣਨਗੇ। ਮਾਇਆ ਧਾਰੀ ਅਤੰਨਾ ਬੋਲ, ਸੁਣਦਾ ਥੋੜ੍ਹੀ ਹੈ। ਫਿਰ ਮਾਇਆ ਧਾਰੀ ਦਾ ਅਰਥ ਸਿਰਫ ਇਹੋ ਹੀ ਨਹੀਂ ਹੈ ਵੀ ਧਨ ਦੀ ਲਾਲਸਾ। ਮਾਇਆ ਧਾਰੀ ਦਾ ਅਰਥ ਹੁੰਦਾ ਹੈ ਵੀ ਮਾਇਆਵਿਕ ਪਦਾਰਥ ਜਿੰਨੇ ਵੀ ਹਨ ਸੰਸਾਰ ਦੇ ਵਿੱਚ, ਕਿਸੇ ਵੱਲ ਵੀ ਤੁਹਾਡੀ ਧਾਰਨਾ ਹੈ, ਧਿਆਨ ਹੈ, ਖਿਆਲ ਹੈ, ਪਾਉਣਾ ਚਾਹੁੰਦੇ ਹੋ ਕੁਛ ਵੀ ਸੰਸਾਰ ਦੇ ਵਿੱਚ, ਅਤੇ ਤੁਸੀਂ ਗੁਰੂ ਦੀ ਗੱਲ ਥੋੜ੍ਹੀ ਸੁਣੋਗੇ, ਕਿਉਂਕਿ ਧਾਰਨਾ ਤਾਂ ਸੰਸਾਰ ਦੀ ਹੈ, ਮਾਇਆ ਦੀ ਹੈ। ਚਾਹੁੰਦੇ ਤਾਂ ਤੁਸੀਂ ਸੰਸਾਰ ਹੋ, ਅਤੇ ਗੁਰੂ ਸੰਸਾਰ ਤੋਂ ਉਲਟਾ ਹੈ, ਅਤੇ ਗੁਰੂ ਦੀ ਗੱਲ ਥੋੜ੍ਹੀ ਸੁਣੋਗੇ, ਸੰਸਾਰ ਦੀ ਸੁਣੋਗੇ ਨਾ। ਅਤੇ ਅਕਸਰ ਲੋਕ ਜਿਹੜੇ ਐਸੇ ਹਨ ਨਾ, ਉਹ ਗੁਰੂ ਦੀ ਨਹੀਂ ਗੱਲ ਸੁਣਦੇ ਹਨ। ਬਹੁਤੇ ਤਾਂ ਗੁਰੂ ਨੂੰ ਆਪਣੇ ਪਿੱਛੇ ਲਾ ਲੈਂਦੇ ਹਨ। ਬਹੁਤੇ ਗੁਰੂ ਸੰਸਾਰੀਆਂ ਦੇ ਪਿੱਛੇ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਵੀ ਲਾਲਸਾ ਹੈ, ਅਤੇ ਲਾਲਸਾ ਵਾਲੇ ਨੂੰ ਲਾਲਸਾ ਵਾਲਾ ਮਿਲ ਜਾਂਦਾ, ਜੈਸੇ ਕੋ ਤੈਸਾ। ਅਤੇ ਇੱਕ ਦੂਸਰੇ ਦੀ ਪੂਰਤੀ ਕਰਦੇ ਰਹਿੰਦੇ ਹਨ। ਅਤੇ ਜੈਸਾ ਤੁਸੀਂ ਦੇਖੋਗੇ, ਜੈਸੀ ਦ੍ਰਿਸ਼ਟੀ ਹੈ ਤੁਹਾਡੀ, ਵੈਸਾ ਹੀ ਸੰਸਾਰ ਦੇਖਦਾ ਹੈ। ਇੱਦਾਂ ਹੀ ਤੁਸੀਂ ਜਦੋਂ ਦੇਖਦੇ ਹੋ ਗੁਰੂ ਵੱਲ, ਅਤੇ ਜੈਸੀ ਤੁਹਾਡੀ ਦ੍ਰਿਸ਼ਟੀ ਹੁੰਦੀ ਹੈ ਵੈਸਾ ਹੀ ਤੁਸੀਂ ਦੇਖਦੇ ਹੋ। ਉਹ ਤਾਂ ਦਰਪਣ ਹੈ ਸ਼ੁੱਧ,
ਪਰ ਦੇਖਣ ਵਾਲੇ ਤੁਸੀਂ ਹੋ। ਅਗਰ ਕ੍ਰੋਧ ਦੇ ਨਾਲ ਦੇਖੋਗੇ ਤੁਸੀਂ ਹੋਰ ਢੰਗ ਨਾਲ ਦੇਖੋਗੇ, ਪ੍ਰੇਮ ਨਾਲ ਦੇਖੋਗੇ ਹੋਰ ਢੰਗ ਨਾਲ ਦੇਖੋਗੇ। ਜੈਸਾ ਤੁਸੀਂ ਸੋਚ ਕੇ ਦੇਖੋਗੇ ਵੈਸਾ ਹੀ ਤੁਸੀਂ ਪਾਓਗੇ। ਅਗਰ ਸ਼ੁੱਧ ਸਾਫ ਦ੍ਰਿਸ਼ਟੀ ਦੇ ਨਾਲ ਦੇਖਣ ਲੱਗ ਪਏ ਤੇ ਤੁਹਾਨੂੰ ਸ਼ੁੱਧ ਸਾਫ ਬਿਲਕੁਲ ਦਿਖਾਈ ਦੇਣਾ ਜੋ ਹੈ। ਤੇ ਉਹੋ ਹੀ ਹੈ ਜਿਹਨੂੰ ਤੁਸੀਂ ਲੱਭ ਰਹੇ ਹੋ, ਟੋਲ ਰਹੇ ਹੋ, ਪਰਮਾਤਮਾ। ਗੁਰੂ ਦਾ ਭਾਵ ਇਹ ਹੁੰਦਾ ਹੈ ਵੀ ਤੁਸੀਂ ਸਿੱਧਾ ਸਿੱਧਾ ਆਪਣੇ ਆਪ ਨੂੰ ਨਹੀਂ ਦੇਖ ਸਕਦੇ ਹੋ, ਗੁਰੂ ਦੁਆਰਾ ਦੇਖਣਾ ਹੈ। ਗੁਰੂ ਰੂਪੀ ਦਰਪਣ ਥਾਣੀ ਆਪਣੇ ਆਪ ਨੂੰ ਦੇਖਣਾ, ਆਪਣੇ ਸਰੂਪ ਨੂੰ ਦੇਖਣਾ ਹੈ। ਗੁਰੂ ਰੂਪ ਦਰਪਣ ਥਾਣੀ ਆਪਣੇ ਹੀ ਸਰੂਪ ਨੂੰ ਤੁਸੀਂ ਦੇਖੋਗੇ। ਸਿੱਧਾ ਸਿੱਧਾ ਦੇਖਿਆ ਨਹੀਂ ਜਾ ਸਕਦਾ, ਤੁਹਾਨੂੰ ਦੇਖਣ ਦੀ ਕਲਾ ਨਹੀਂ ਪਤਾ ਹੈ। ਤੋ ਕਲਾ ਦੱਸਦਾ ਹੈ ਵੀ ਤੁਸੀਂ ਆਪਣੇ ਆਪ ਨਹੀਂ ਦੇਖ ਸਕਦੇ ਹੋ, ਆਪਣੇ ਵਿੱਚ ਨਹੀਂ ਦੇਖ ਸਕਦੇ ਹੋ, ਧਿਆਨ ਦੇ ਵਿੱਚ ਨਹੀਂ ਉਤਰ ਸਕਦੇ ਹੋ ਇੰਨਾ ਗਹਿਰਾ ਕਿ ਡੁੱਬ ਜਾਓ ਆਪਣੇ ਆਪ ਦੇ ਵਿੱਚ ਤੇ ਫਿਰ ਦੇਖੋ। ਡੁੱਬੋਗੇ ਤਾਂ ਹੀ ਦੇਖੋਗੇ ਨਾ ਆਪਣੇ ਆਪ ਦੇ ਵਿੱਚ। ਆਪਣੇ ਆਪ ਦੇ ਵਿੱਚ ਤਾਂ ਡੁੱਬ ਨਹੀਂ ਸਕਦੇ ਕਿਉਂਕਿ ਮਨ ਡੁੱਬਦਾ ਨਹੀਂ ਹੈ, ਮਨ ਬਚਾ ਕੇ ਰੱਖਦਾ। ਜਿਵੇਂ ਕੱਲ੍ਹ ਹੀ ਰਾਜ ਗਿੱਲ ਕਹਿ ਰਿਹਾ ਸੀ ਨਾ ਵੀ ਉਹ ਜਿਹੜੀ ਧੁਨ ਹੈ ਉਹ ਸੁਣਾਈ ਦੇ ਰਹੀ ਹੈ, ਤੋ ਦਿੰਦੀ ਰਹੇਗੀ ਅਗਰ ਖਿਆਲ ਕਰੇਗਾ ਤੋ ਜੇ ਖਿਆਲ ਹਟਾਇਆ ਧੁਨ ਨਾਲੋਂ ਤੇ ਫਿਰ ਮੂਰਛਿਤ ਹੋ ਜਾਵੇਗਾ, ਨੀਂਦ ਦੇ ਵਿੱਚ ਚਲੇ ਜਾਵੇਗਾ। ਅਕਸਰ ਧਿਆਨੀ ਚਲੇ ਜਾਂਦੇ ਆ। ਧੁਨ ਸੁਣਦੇ ਰਹੋ ਤਾਂ ਠੀਕ ਹੈ, ਅਗਰ ਧੁਨ ਵੱਲੋਂ ਖਿਆਲ ਹਟਾਇਆ ਤੇ ਮੂਰਛਿਤ ਹੋ ਜਾਣਾ, ਨੀਂਦ ਦੇ ਵਿੱਚ ਚਲੇ ਜਾਵੇਗਾ ਜਾਂ ਹੋਰ ਕਿਸੇ ਖਿਆਲ ਦੇ ਵਿੱਚ ਮਨ ਲਾ ਦੇਵੇਗਾ, ਹੋਰ ਕਿਸੇ ਭਾਵ ਦੇ ਵਿੱਚ ਮਨ ਲਾ ਜਾਵੇਗਾ। ਮਨ ਲੱਗਾ ਹੀ ਰਹੇਗਾ ਕਿਸੇ ਨਾ ਕਿਸੇ ਭਾਵ ਦੇ ਵਿੱਚ, ਵਿਚਾਰ ਬਦਲ ਲਵੇਗਾ, ਖਿਆਲ ਬਦਲ ਲਵੇਗਾ, ਭਾਵ ਬਦਲ ਲਵੇਗਾ, ਜਾਂ ਧੁਨ ਨੂੰ ਕਿਸੇ ਹੋਰ ਢੰਗ ਨਾਲ ਸੁਣਾਈ ਦੇਣ ਲੱਗ ਜਾਵੇਗੀ। ਤੇ ਆਪਣੇ ਆਪ ਗਹਿਰਾਈ ਦੇ ਵਿੱਚ ਡੁੱਬਣਾ ਕਠਿਨ ਹੈ, ਡੁੱਬ ਕੇ ਦੇਖਣਾ। ਇਸ ਕਰਕੇ ਗੁਰੂ ਰੂਪ ਦਰਪਣ ਥਾਣੀ ਆਪਣੇ ਆਪ ਨੂੰ ਝਾਕ ਲੈਣਾ, ਦੇਖ ਲੈਣਾ। ਤੇ ਜਿੰਨੇ ਜਿੰਨੇ ਤੁਸੀਂ ਸ਼ੁੱਧ ਹੁੰਦੇ ਗਏ ਉਹਨਾਂ ਉਹਨਾਂ ਹੀ ਤੁਸੀਂ ਸ਼ੁੱਧ ਦੇਖਦੇ ਹੋ। ਜਿਵੇਂ ਪਹਿਲ ਕੋਈ ਦੇਖਦਾ ਹੈ ਬਾਹਰੋਂ, ਸੁਣਦਾ ਹੈ ਬਾਹਰੋਂ ਤੇ ਤਰਕ ਵਿਤਰਕ ਕਰਦੀ ਹੈ ਨਾ ਬੁੱਧੀ ਵੀ ਇਹ ਬੰਦਾ ਬਹੁਤ ਸਮਝਦਾਰ ਹੈ ਜਾਂ ਵਿਚਾਰਕ ਹੈ ਜਾਂ ਪੜ੍ਹਿਆ ਲਿਖਿਆ ਹੈ। ਕਿ ਐਸੇ ਖਿਆਲਾਤ ਆਉਂਦੇ ਹੀ ਹਨ, ਹਰ ਇੱਕ ਨੂੰ ਆਉਂਦੇ ਹਨ ਵੀ ਬੜੀਆਂ ਵਧੀਆ ਗੱਲਾਂ ਕਰਦੇ ਹਨ, ਬੜੀਆਂ ਗਹਿਰੀਆਂ ਕਰਦੇ ਆ। ਬਾਹਰੋਂ ਜੁੜਦਾ ਹੈ, ਬਾਹਰੋਂ ਵਿਚਾਰ ਕਰਦਾ, ਤਰਕ ਕਰਦਾ। ਫਿਰ ਤਰਕ ਕਰਕੇ ਫਿਰ ਧੀਰੇ ਧੀਰੇ ਉਹਨੂੰ ਸਮਝ ਵਿੱਚ ਆਉਂਦੀ ਹੈ ਗੱਲ ਵੀ ਗੱਲ ਤਾਂ ਠੀਕ ਹੈ। ਫਿਰ ਸ਼ਰਧਾ ਪੈਦਾ ਹੁੰਦੀ ਹੈ। ਇਹ ਵੀ ਗੱਲ ਸਮਝਣ ਯੋਗ ਹੈ ਜਿਹੜਾ ਪੂਰਾ ਤਰਕ ਦਾ ਉਪਯੋਗ ਨਹੀਂ ਨਾ ਕਰਦੇ ਹਨ ਉਹਨਾਂ ਦੇ ਵਿੱਚ ਪੂਰਨ ਸ਼ਰਧਾ ਪੈਦਾ ਨਹੀਂ ਹੁੰਦੀ। ਤੇ ਜ਼ਰੂਰੀ ਹੈ ਪਹਿਲ ਤੁਸੀਂ ਪੂਰੇ ਤਰਕ ਦਾ ਉਪਯੋਗ ਕਰੋ, ਬੁੱਧੀ ਦਾ ਉਪਯੋਗ ਕਰ ਲਓ। ਜਦੋਂ ਪੂਰਾ ਉਪਯੋਗ ਕਰ ਲਓਗੇ ਨਾ ਬੁੱਧੀ ਦਾ, ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ, ਤਰਕ ਦਾ ਉਪਯੋਗ ਕਰ ਲਓਗੇ ਫਿਰ ਤੁਹਾਡਾ ਤਰਕ ਡਿੱਗ ਪਵੇਗਾ। ਤੇ ਜਦੋਂ ਤਰਕ ਡਿੱਗੇਗਾ ਨਾ ਫਿਰ ਸ਼ਰਧਾ ਪੈਦਾ ਹੋਵੇਗੀ। ਤੋ ਸ਼ਰਧਾ ਵਾਸਤਵਿਕ ਹੋਵੇਗੀ, ਉਹ ਸ਼ੁੱਧ ਹੋਵੇਗੀ। ਤੋ ਸ਼ਰਧਾ ਦੀ ਅੱਖ ਦੇ ਨਾਲ ਤੁਸੀਂ ਦੇਖੋਗੇ ਨਾ ਤੇ ਫਿਰ ਤੁਹਾਨੂੰ ਉਹ ਦਿਖਾਈ ਦੇਵੇਗਾ ਸਾਫ਼ ਆਪਣਾ ਨਿਜ ਸਰੂਪ। ਤੇ ਜਿੰਨੀ ਗਹਿਰਾਈ ਦੇ ਨਾਲ ਜਿੰਨਾ ਸ਼ੁੱਧ ਤੁਸੀਂ ਦੇਖ ਸਕਦੇ ਹੋ ਓਨਾ ਦੇਖ ਸਕਦੇ ਹੋ। ਤੇ ਇੱਕ ਦੇ ਵਿੱਚ ਦਿਖਾਈ ਦੇ ਗਿਆ ਤੁਹਾਨੂੰ ਤੇ ਫਿਰ ਸਾਰਿਆਂ ਦੇ ਵਿੱਚ ਹੀ ਤੁਹਾਨੂੰ ਦੇਖਣ ਦੀ ਕਲਾ ਆ ਜਾਵੇਗੀ। ਗੁਰੂ ਕਲਾ ਸਿਖਾ ਦਿੰਦਾ, ਉਹ ਕਹਿੰਦਾ ਹੈ ਮੇਰੇ ਵਿੱਚ ਦੇਖ ਲਓ
ਤੇ ਇੱਧਰ ਦੇਖ ਪਿਆ ਤੇ ਹੋਰਨਾਂ ਦੇ ਵਿੱਚ ਵੀ ਤੁਹਾਨੂੰ ਇਹੋ ਹੀ ਦਿਖੇਗਾ, ਕਿਉਂਕਿ ਸਾਰਿਆਂ ਦੇ ਵਿੱਚ ਇੱਕੋ ਹੀ ਹੈ। ਸਭਮੇ ਵਰਤੈ ਸੱਚਾ ਸੋਇ, ਸਭਮਹਿ ਜੋਤਿ ਜੋਤਿ ਹੈ ਸੋਇ। ਇੱਕੋ ਹੀ ਹੈ, ਇੱਕ ਦੇ ਵਿੱਚ ਦੇਖਣਾ। ਤੇ ਗੁਰੂ ਦੁਆਰਾ ਉਹਨੂੰ ਦੇਖ ਲੈਣਾ ਹੈ। ਤੇ ਗੁਰੂ ਦੁਆਰਾ ਤਾਂ ਹੀ ਦਿਖਦਾ ਹੈ ਜਦੋਂ ਤੁਹਾਡਾ ਆਪਣਾ ਪੱਖ ਹੋ ਜਾਂਦਾ ਹੈ, ਮਿਟ ਜਾਂਦਾ ਹੈ। ਤੁਸੀਂ ਦੇਖਣ ਦੇ ਵਿੱਚ ਪੂਰੇ ਦੇ ਪੂਰੇ ਹੀ ਲੀਨ ਹੋ ਜਾਂਦੇ ਹੋ, ਇੰਨੇ ਭਾਵ ਮੁਗਧ ਹੋ ਜਾਂਦੇ ਹੋ, ਇੰਨੀ ਸ਼ੁੱਧ ਤੁਹਾਡੀ ਦ੍ਰਿਸ਼ਟੀ ਹੁੰਦੀ ਹੈ। ਤੁਸੀਂ ਪਾਰਦਰਸ਼ੀ ਹੋ ਜਾਂਦੇ ਹੋ, ਆਰ ਪਾਰ ਗੁਰੂ ਦੇ ਦੇਖ ਲੈਂਦੇ ਹੋ। ਦਰਵਾਜ਼ੇ ਤੋਂ ਪਾਰ ਦੇਖ ਲਿਆ, ਗੁਰੂ ਦਰਵਾਜ਼ਾ ਹੈ ਨਾ, ਝਾਕ ਲਿਆ ਤੋ ਦਿਖਾਈ ਦੇ ਦਿੰਦਾ ਹੈ ਨਿਰਗੁਣ। ਤੇ ਗੁਰੂ ਸਰਗੁਣ ਰੂਪ ਦੇ ਵਿੱਚ ਹੁੰਦੀ, ਨਿਰਗੁਣ ਨੂੰ ਦੇਖ ਲੈਣਾ। ਤੇ ਦੂਸਰੀ ਜਿਹੜੀ ਯਾਤਰਾ ਹੈ ਉਹ ਨਿਰਗੁਣ ਦੀ ਹੈ, ਸ਼ਬਦ ਦੀ ਯਾਤਰਾ। ਕਿਉਂਕਿ ਸ਼ਬਦ ਨਿਰਗੁਣ ਹੈ। ਧਿਆਨ ਦੀ ਯਾਤਰਾ ਨਿਰਗੁਣ ਦੀ ਯਾਤਰਾ ਹੈ। ਉੱਧਰ ਨੂੰ ਜਾਣਾ ਕਠਿਨ ਹੈ, ਕਿਉਂਕਿ ਉਹ ਸਮਝ ਵਿੱਚ ਹੀ ਨਹੀਂ ਆਉਂਦਾ। ਇਸ ਕਰਕੇ ਜ਼ਿਆਦਾ ਭਟਕ ਰਹੇ ਹਨ ਅਜੋਕੇ ਸਮੇਂ 'ਚ ਲੋਕ। ਤੇ ਭਟਕਣ ਦਾ ਕਾਰਨ ਜਿਹੜਾ ਹੈ ਉਹ ਇਹ ਵੀ ਹੈ, ਤੇ ਬਹੁਤਿਆਂ ਨੇ ਸ਼ਬਦ ਯਾਦ ਕਰ ਲਏ, ਸ਼ਬਦ ਚੇਤੇ ਕਰ ਲਏ, ਤੋ ਸੋਚ ਸੋਚ ਕੇ ਬਾਹਰੋਂ ਵਿਚਾਰ ਕੇ ਬੋਲ ਰਹੇ। ਉਹਨਾਂ ਨੂੰ ਵਿਚਾਰਕ ਕਹਿੰਦੇ ਹਨ। ਤੋ ਬਾਹਰ ਹੀ ਜੋੜਦੇ ਹਨ, ਬਾਹਰਲੇ ਧਰਮ ਨਾਲ। ਜਿਹੜੇ ਧਰਮ ਨਾਲ ਜੁੜੇ ਹੋਏ ਉਹ ਗੁਰੂ ਨਹੀਂ ਹੋ ਸਕਦੇ। ਗੁਰੂ ਤੇ ਬਾਹਰੋਂ ਸਭ ਤੋੜਦਾ ਹੈ, ਤੋੜਦਾ ਹੈ, ਤੋੜਦਾ ਹੈ।